Good morning, students. Today we will read about the chapter second, understanding the secularism. What is a secularism? Secularism ਕੀ ਹੈ? Secularism ਦਾ ਮਤਲਬ ਹੈ ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਤੋਂ ਭਾਵ ਹੈ ਕਿ ਧਰਮ ਤੇ ਰਾਜ ਨੂੰ ਇਸ ਚੈਪਟਰ ਦੇ ਵਿੱਚ ਧਰਮ ਤੇ ਰਾਜ ਨੂੰ ਇੱਕ ਦੂਜੇ ਤੋਂ ਵੱਖ ਕੀਤਾ ਗਿਆ ਵਾ। ਧਰਮ ਤੇ ਰਾਜ ਇੱਕ ਦੂਸਰੇ ਤੋਂ ਵੱਖ ਰਹਿਣ ਦੀ ਧਾਰਨਾ ਜਿਹੜਾ ਕਨਸੈਪਟ ਵਾ, ਠੀਕ ਆ, ਇਸ ਨੂੰ ਹੀ ਧਰਮ ਨਿਰਪੱਖਤਾ ਕਿਹਾ ਜਾਂਦਾ ਵਾ। ਮਤਲਬ ਕਿ ਇਸ ਦੇ ਅੰਦਰ ਇਹ ਨਹੀਂ ਕਿ ਕਿਸੇ ਇੱਕ ਧਰਮ ਨੂੰ ਬਹੁਤ ਜ਼ਿਆਦਾ ਪਹਿਲ ਦੇ ਦਿੱਤੀ ਜਾਣੀ ਤੇ ਬਾਕੀ ਧਰਮਾਂ ਨੂੰ ਡਾਊਨ ਕਰ ਦਿੱਤਾ ਜਾਣਾ, ਇਹ ਚੀਜ਼ ਨਹੀਂ ਆ। ਮਤਲਬ ਇਹਦੇ ਵਿੱਚ ਹਰ ਇੱਕ ਧਰਮ, ਚਾਹੇ ਉਹ ਸਿੱਖ ਆ, ਈਸਾਈ ਆ, ਹਿੰਦੂ, ਮੁਸਲਮਾਨ ਵਾ, ਸਾਰੇ ਧਰਮਾਂ ਨੂੰ ਕੀ ਆ, ਇਕੁਅਲ ਮੰਨਿਆ ਗਿਆ ਵਾ। Secularism refers to a separation of the religion from the state. The Indian Constitution allows individual freedom to live by their religious belief and practice. To keep this idea of a religious freedom, Indian adopt secularism. ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਰੈਫਰ ਕੀਤਾ ਗਿਆ ਕਿ ਸੈਪਰੇਸ਼ਨ ਆਫ ਰਿਲੀਜਨ ਫਰੋਮ ਦਾ ਸਟੇਟ। ਮਤਲਬ ਸਟਾਰਟਿੰਗ 'ਚ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਗਿਆ ਵਾ ਕਿ ਰਾਜ ਧਰਮ ਨੂੰ ਰਾਜ ਨਾਲੋਂ ਵੱਖ ਕਰਨਾ, ਅਤੇ ਕੰਸਟੀਟਿਊਸ਼ਨ ਦੇ ਵਿੱਚ ਇਸ ਚੀਜ਼ ਦੀ ਵੀ ਅਲਾਓ ਕੀਤਾ ਗਿਆ ਕਿ ਹਰ ਇੱਕ ਇੰਡੀਵਿਜੂਅਲ ਨੂੰ ਆਜ਼ਾਦੀ ਵਾ ਕਿ ਉਹ ਆਪਣੀ ਪ੍ਰੈਕਟਿਸ ਦੇ ਅਨੁਸਾਰ, ਆਪਣੀ ਬਲੀਫ ਦੇ ਅਨੁਸਾਰ ਹਰ ਇੱਕ ਧਰਮ ਨੂੰ ਮੰਨ ਸਕਦਾ ਅਤੇ ਉਹਦੇ ਅਕੋਰਡਿੰਗ ਕੀ ਹੈ ਰਹਿ ਸਕਦਾ ਵਾ। ਕੀਪ ਦਿਸ ਆਈਡੀਆ ਰਿਲੀਜੀਅਸ ਫਰੀਡਮ ਇੰਡੀਅਨ ਅਡੋਪਟ ਸੈਕੂਲਰਿਜ਼ਮ। ਜਿਹੜਾ ਇੰਡੀਆ ਦਾ ਸੈਕੂਲਰਿਜ਼ਮ ਆ ਇਸ ਚੀਜ਼ ਨੂੰ ਕੀ ਅਡੋਪਟ ਕਰਦਾ ਵਾ ਕਿ ਹਰ ਇੱਕ ਧਰਮ ਆਜ਼ਾਦ ਵਾ। ਇਹਦੇ ਵਿੱਚ ਐਗਜ਼ਾਮਪਲ ਦਿੱਤੀ ਗਈ ਹੈ ਸਾਊਦੀ ਅਰਬ ਦੀ, ਇਜ਼ਰਾਈਲ ਦੀ ਔਰ ਜਰਮਨੀ ਦੀ। ਸਟਾਰਟਿੰਗ ਦੇ ਵਿੱਚ NCERT ਦੀ ਬੁੱਕ ਦੇ ਸਟਾਰਟਿੰਗ ਦੇ ਵਿੱਚ ਜਦੋਂ ਚੈਪਟਰ ਰੀਡ ਕਰਦੇ ਹਾਂ ਉਹਦੇ ਵਿੱਚ ਵੀ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਕੱਟੜਪੰਥੀ ਈਸਾਈ ਰਹਿੰਦੇ ਆ। ਉੱਥੇ ਕੋਈ ਅਦਰ ਕਾਸਟ ਪਰਸਨ ਸੀ ਜਿਹੜਾ, ਉਹਨੂੰ ਕਿਸੇ ਰੂਮ ਰੈਂਟ 'ਤੇ ਚਾਹੀਦਾ ਵਾ ਅਤੇ ਉਹਨੂੰ ਰੂਮ ਨਹੀਂ ਦਿੱਤਾ ਜਾਂਦਾ। ਉਸਨੂੰ ਇਹ ਕਹਿ ਕੇ ਦਦਕਾਰ ਦਿੱਤਾ ਜਾਂਦਾ ਵਾ ਕਿ ਤੂੰ ਇਸ ਕੰਟਰੀ ਦੇ ਵਿੱਚ, ਤੇਰੀ ਕੰਟਰੀ ਇਹ ਨਹੀਂ ਆ, ਤੂੰ ਇੱਥੋਂ ਦਾ ਸਿਟੀਜ਼ਨ ਨਹੀਂ ਆ। ਇਹ ਚੀਜ਼ ਨੂੰ ਸੁਣ ਕੇ ਉਹ ਮਤਲਬ ਕੰਪਲੇਨ ਕਰਦਾ ਵਾ। ਨੈਕਸਟ ਜਿੱਥੇ ਸੁਪਰੀਮ ਜਾ ਕੇ ਕੰਪਲੇਨ ਕਰਦਾ ਵਾ ਅਤੇ ਉੱਥੇ ਵੀ ਇਹੀ ਚੀਜ਼ ਉਹਨੂੰ ਸੁਣਨ ਨੂੰ ਮਿਲਦੀ ਆ, ਜਿਹਦੇ ਨਾਲ ਕਿ ਉਸਨੂੰ ਥੋੜ੍ਹਾ ਧੱਕਾ ਲੱਗਦਾ ਵਾ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਵਾ। ਫਿਰ ਉਹਦੇ ਮਨ ਵਿੱਚ ਇੱਕ ਤਰ੍ਹਾਂ ਦੀ ਪ੍ਰਤੀਕਿਰਿਆ ਪੈਦਾ ਹੁੰਦੀ ਆ, ਮਤਲਬ ਇਸ ਚੀਜ਼ ਦੇ ਖਿਲਾਫ, ਡਿਸਕ੍ਰਿਮੀਨੇਸ਼ਨ ਦੇ ਖਿਲਾਫ। ਇੱਕ ਤਾਂ ਇਹ ਸੋਚਦਾ ਵਾ ਕਿ ਜਿਸ ਤਰ੍ਹਾਂ ਹਿੰਦੂ ਨਾਲ ਅਤੇ ਮੁਸਲਮਾਨ ਨਾਲ ਹੁੰਦਾ ਵਾ, ਈਸਾਈਆਂ ਦੇ ਨਾਲ ਕਿਉਂ ਨਹੀਂ ਹੋਇਆ ਇਸ ਤਰ੍ਹਾਂ। ਦੂਜੀ ਪ੍ਰਤੀਕਿਰਿਆ ਇਹ ਹੁੰਦੀ ਉਹਦੀ ਕਿ ਇਸ ਚੀਜ਼ ਨੂੰ, ਜਿਹੜੀ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ ਧਰਮ ਦੇ ਨਾਂ 'ਤੇ, ਕਿਉਂ ਨਾ ਇਸ ਨੂੰ ਖਤਮ ਕਰ ਦਿੱਤਾ ਜਾਵੇ ਅਤੇ ਰਾਜ ਨੂੰ ਬਿਲਕੁਲ ਧਰਮ ਨਿਰਪੱਖ ਬਣਾ ਦਿੱਤਾ ਜਾਵੇ। ਹੁਣ ਇੱਥੇ ਸੈਕਿੰਡ ਐਗਜ਼ਾਮਪਲ ਆ ਜਾਂਦੀ ਹੈ ਸਾਊਦੀ ਅਰਬ ਦੀ, ਇਜ਼ਰਾਈਲ ਦੀ ਅਤੇ ਜਰਮਨੀ ਦੀ। ਜਰਮਨੀ ਦੇ ਵਿੱਚ ਕੀ ਸੀ, ਜਿਹੜਾ ਹਿਟਲਰ ਸੀ ਉਹ ਉੱਥੋਂ ਦੇ ਯਹੂਦੀਆਂ ਨੂੰ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਅਤਿਆਚਾਰ ਕਰਦਾ ਵਾ, ਉਹਨਾਂ ਨੂੰ ਫੜ ਕੇ ਮਾਰ ਦਿੰਦਾ ਵਾ, ਠੀਕ ਆ। ਕਿਉਂਕਿ ਜਿਹੜੇ ਉਹ ਬਾਕੀ ਆਪਣੇ ਧਰਮ ਨੂੰ ਉਹ ਕੀ ਪ੍ਰੈਫਰੈਂਸ ਦਿੰਦਾ ਸੀ ਔਰ ਬਾਕੀ ਧਰਮਾਂ ਨੂੰ ਉਹ ਮਤਲਬ ਕੁਛ ਨਹੀਂ ਸਮਝਦਾ ਸੀ, ਉਹ ਦੂਜੇ ਲੋਕਾਂ ਨੂੰ ਕੁਚਲਦਾ ਸੀ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਵੀ ਸੀ। ਸਾਊਦੀ ਅਰਬ ਦੇ ਵਿੱਚ ਕੀ ਸੀ ਕਿ ਮਤਲਬ ਜਿਹੜਾ ਗੈਰ ਮੁਸਲਮਾਨ ਸੀ ਉਹ ਜਿਹੜੇ ਮੁਸਲਮਾਨਾਂ ਦੇ ਪਲੇਸ ਸੀ ਉੱਥੇ ਨਹੀਂ ਜਾ ਸਕਦਾ ਸੀ। ਉਹ ਅਗਰ ਕਿਸੇ ਆਪਣੇ ਧਰਮ ਦੀ ਪੂਜਾ ਕਰਨਾ ਚਾਹੁੰਦਾ ਵਾ ਜਾਂ ਕਿਸੇ ਤਰ੍ਹਾਂ ਉਹ ਕੋਈ ਫੈਸਟੀਵਲ ਨੂੰ ਸੈਲੀਬ੍ਰੇਟ ਕਰਨਾ ਚਾਹੁੰਦਾ ਵਾ, ਉਹ ਆਪਣੇ ਘਰ ਦੇ ਅੰਦਰ ਰਹਿ ਕੇ ਜਾਂ ਕੋਈ ਸਪੈਸ਼ਲ ਪਲੇਸ ਜੋ ਉਹਨਾਂ ਨੇ ਆਪਣੇ ਵਾਸਤੇ ਬਣਾਈ ਸੀ, ਉਹ ਵੀ ਕੋਈ ਕਹਿ ਲਓ ਕਿ ਆਪਦੇ ਘਰ ਦੇ ਅੰਦਰ ਹੀ ਉੱਥੇ ਹੀ ਕਰ ਸਕਦਾ ਸੀ। ਇਜ਼ਰਾਈਲ ਦੇ ਵਿੱਚ ਵੀ ਸੇਮ ਹੀ ਸੀ। ਇਜ਼ਰਾਈਲ ਦੇ ਵਿੱਚ ਵੀ ਯਹੂਦੀਆਂ ਦੇ ਨਾਲ ਉਹੀ ਅਤਿਆਚਾਰ ਕੀਤੇ ਜਾਂਦੇ ਸੀ, ਠੀਕ ਆ। ਇਹ ਕੀ ਆ, ਡਿਸਕ੍ਰਿਮੀਨੇਸ਼ਨ ਨੂੰ ਜਿਹੜੀ ਕਨਸੈਪਟ ਕਲੀਅਰ ਕਰਦੀ ਵਾ ਕਿ ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਸੀ। ਨੈਕਸਟ ਆ ਗਿਆ ਵਾਈ ਇਜ਼ ਦਾ ਸੈਕੂਲਰਿਜ਼ਮ ਇੰਪੋਰਟੈਂਟ। ਸੈਕੂਲਰਿਜ਼ਮ ਦੀ ਜਿਹੜੀ ਆ ਮਹੱਤਤਾ ਕੀ ਸੀ। In the previous chapter, you are read about the Indian Constitution contain fundamental rights that protect us against state power, will as against the tyranny of majority. The Indian Constitution allow of freedom to live by the religion, belief and practice as they interpret these. ਕਿ ਜਿਹੜਾ ਸੈਕੂਲਰਿਜ਼ਮ ਆ ਇਹਦੀ ਇੰਪੋਰਟੈਂਟ ਕਿਉਂ ਸੀ। ਅਸੀਂ ਜਿਹੜਾ ਪਹਿਲਾਂ ਚੈਪਟਰ ਪੜ੍ਹ ਚੁੱਕੇ ਹਾਂ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ, ਉਹਦੇ ਵਿੱਚ ਥੋੜ੍ਹੀ ਜਿਹੀ ਐਗਜ਼ਾਮਪਲ ਦਿੱਤੀ ਗਈ ਸੀ ਕਿ ਜਿਹੜਾ ਟੈਰਨੀ ਮੈਜੋਰਿਟੀ ਆ ਉਹਨਾਂ ਦੇ ਅਗੇਨਸਟ ਜਿਹੜੀ ਮਿਨੋਰਿਟੀਜ਼ ਵਾ ਉਹਨਾਂ ਦੇ ਫੰਡਾਮੈਂਟਲ ਰਾਈਟਸ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕੀਤਾ ਜਾਂਦਾ ਵਾ।
ਭਾਰਤੀ ਸੰਵਿਧਾਨ ਵਿੱਚ ਜਿਹੜੇ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਆ, ਇਹ ਅਧਿਕਾਰ ਸਾਨੂੰ ਰਾਜ ਦੀ ਸੱਤਾ ਤੇ ਬਹੁਮਤ ਦੀ ਜਿਹੜੀ ਨਿਰੰਕੁਸ਼ਤਾ ਵਾ, ਇਟ ਮੀਨਸ ਕਿ ਜਿਹੜੀ ਮੈਜੋਰਿਟੀ ਦੀ ਜਿਹੜੇ ਅਤਿਆਚਾਰ ਵਾ, ਠੀਕ ਆ, ਉਹਨਾਂ ਤੋਂ ਬਚਾਉਂਦੀ ਆ। ਤੇ ਜਿਹੜੇ ਸੰਵਿਧਾਨ ਦੇ ਵਿੱਚ ਸਾਰੇ ਧਾਰਮਿਕ ਵਿਸ਼ਵਾਸ ਵਾ ਜਿਹੜੇ, ਉਹਨਾਂ ਦੇ ਤੌਰ ਤਰੀਕਿਆਂ ਨੂੰ ਅਪਣਾਉਣ ਦੀ ਪੂਰੀ ਖੁੱਲ੍ਹ ਦਿੱਤੀ ਗਈ ਆ, ਠੀਕ ਆ। ਫਿਰ ਸਾਰਿਆਂ ਨੂੰ ਧਾਰਮਿਕ ਜਿਹੜੀ ਹੈ ਸੁਤੰਤਰਤਾ ਵੀ ਮਿਲੀ ਹੋਈ ਆ, ਕਿ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਧਰਮ ਨੂੰ ਛੱਡ ਕੇ ਦੂਜੇ ਧਰਮ ਦੇ ਅੰਦਰ ਜਾ ਨਹੀਂ ਸਕਦੇ, ਜਾਂ ਸਾਨੂੰ ਮਜਬੂਰ ਕੀਤਾ ਜਾਵੇ ਕਿ ਅਸੀਂ ਸਿੱਖ ਵਾਂ ਤੇ ਤੈਨੂੰ ਵੀ ਸਿੱਖ ਬਣਨਾ ਪੈਣਾ ਵਾ, ਜਾਂ ਮੈਂ ਮੁਸਲਮਾਨ ਵਾਂ ਤੇ ਤੈਨੂੰ ਵੀ ਮੁਸਲਮਾਨ ਬਣਨਾ ਪੈਣਾ। ਇੱਦਾਂ ਦੀ ਕੋਈ ਵੀ ਗੱਲ ਨਹੀਂ ਆ। ਮਤਲਬ ਹਰ ਇੱਕ ਬੰਦਾ ਆਪਣੀ ਵਿਲਿੰਗ ਦੇ ਅਕੋਰਡਿੰਗ ਕਿਸੇ ਵੀ ਧਰਮ ਨੂੰ ਕੀ ਆ ਉਹਦੇ ਵਿੱਚ ਕਨਵਰਟ ਹੋ ਸਕਦਾ ਵਾ। ਇਹਦੇ ਵਾਸਤੇ ਕਿਸੇ ਦੇ ਉੱਤੇ ਕਿਸੇ ਟਾਈਪ ਦਾ ਕੋਈ ਬਰਡਨ ਨਹੀਂ ਪਾਇਆ ਜਾਂਦਾ। ਫਿਰ ਕਹਿੰਦਾ ਕਿ ਜਿਹੜਾ ਇਸ ਚੀਜ਼ ਦਾ ਵੀ ਧਿਆਨ ਰੱਖਿਆ ਗਿਆ, ਖਾਸ ਕਰਕੇ ਧਰਮ ਤੇ ਰਾਜ ਨੂੰ ਵੀ ਵੱਖ ਕੀਤਾ ਗਿਆ ਵਾ, ਕਿ ਜਿਹੜਾ ਧਰਮ ਵਾ ਉਹ ਰਾਜ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ, ਔਰ ਜਿਹੜਾ ਰਾਜ ਵਾ ਉਹ ਧਰਮ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਇਸ ਲਈ ਕੀ ਆ, ਇਸ ਚੀਜ਼ ਨੂੰ ਧਰਮ ਨਿਰਪੱਖਤਾ ਕਿਹਾ ਜਾਂਦਾ ਵਾ, ਠੀਕ ਆ। ਫਿਰ ਅੱਗੇ ਆ ਗਿਆ ਇਨ ਕੀਪਿੰਗ ਵਿਦ ਹਿਸ ਆਈਡੀਆ ਰਿਲੀਜੀਅਸ ਫਰੀडम ਫॉर ਆਲ, ਮਤਲਬ ਸਾਰੇ ਜਿਹੜੇ ਆਈਡੀਆਜ਼ ਵਾ ਹਰੇਕ ਨੂੰ ਆਜ਼ਾਦ ਕੀਤਾ ਗਿਆ ਵਾ, ਧਾਰਮਿਕ ਤੌਰ ਤੇ ਸਭ ਨੂੰ ਆਜ਼ਾਦ ਕੀਤਾ ਗਿਆ ਵਾ। ਇੰਡੀਅਨ ਆਲਸੋ ਅਡਾਪਟ ਸਟ੍ਰੈਟਜੀ ਆਫ ਦਾ ਸੈਪਰੇਟਿੰਗ ਦਾ ਪਾਵਰ ਆਫ ਰਿਲੀਜਨ ਐਂਡ ਪਾਵਰ ਆਫ ਦਾ ਸਟੇਟ। ਮਤਲਬ ਜਿਹੜੀ ਇੰਡੀਅਨ ਵਾ, ਇੰਡੀਅਨ ਕੰਸਟੀਟਿਊਸ਼ਨ ਆ, ਉਸਨੇ ਕਿਸ ਚੀਜ਼ ਨੂੰ ਅਡਾਪਟ ਕੀਤਾ ਵਾ, ਕਿਹੜੀ ਸਟ੍ਰੈਟਜੀ ਨੂੰ ਅਡਾਪਟ ਕੀਤਾ ਵਾ, ਸੈਪਰੇਸ਼ਨ ਦੀ। ਸੈਪਰੇਸ਼ਨ ਕਿਸ ਚੀਜ਼ ਦੀ, ਧਰਮ ਦੀ ਅਲੱਗ ਤੇ ਰਾਜ ਦੀ ਅਲੱਗ। ਉਹੀ ਚੀਜ਼ ਆ ਗਈ ਕਿ ਸੈਕੂਲਰਿਜ਼ਮ ਕਿਸ ਚੀਜ਼ ਨੂੰ ਰੈਫਰ ਕਰਦਾ ਵਾ, ਸੈਪਰੇਸ਼ਨ ਰਿਲੀਜਨ ਫਰੋਮ ਸਟੇਟ। ਵਾਈ ਇਜ਼ ਇਟ ਇੰਪੋਰਟੈਂਟ ਦਾ ਸੈਪਰੇਸ਼ਨ ਰਿਲੀਜਨ ਫਰੋਮ ਦਾ ਸਟੇਟ। ਹੁਣ ਸਟੇਟ ਦੇ ਵਿੱਚ ਜਿਹੜੀ ਧਰਮ ਨਿਰਪੱਖਤਾ ਵਾ ਉਸਦੀ ਕਿਉਂ ਲੋੜ ਪਈ। as discuss about the important aspect of secularism. This is important for the country of function democratically. Almost of the countries of the world will have more the religion group living in them. मतलब कि ਪਹਿਲਾਂ ਤਾਂ ਅਸੀਂ ਇਹ ਗੱਲ ਕਵਾਂਗੇ ਕਿ ਧਰਮ ਨੂੰ ਰਾਜ ਸਭਾ ਤੋਂ ਅਲੱਗ ਕਰਨਾ ਇੱਕ ਲੋਕਤਾਂਤਰਿਕ ਦੇਸ਼ ਲਈ ਬਹੁਤ ਹੀ ਜ਼ਰੂਰੀ ਆ, ਠੀਕ ਆ। ਇਹ ਚੀਜ਼ ਬਹੁਤ ਜ਼ਰੂਰੀ ਆ। ਇਹ ਗੱਲ ਧਰਮ ਨੂੰ ਲੈ ਕੇ ਜਿਹੜੀ ਭੇਦਭਾਵ, ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਵਾ, ਜਾਂ ਕੋਈ ਸੰਵਿਧਾਨ ਦੇ ਦੁਆਰਾ ਕਿਸੇ ਨੂੰ ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਵਾ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਇੰਟਰਪਟ ਕਰਦਾ ਵਾ, ਇਹਨਾਂ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਕੀ ਆ, ਇੱਕ ਤਰ੍ਹਾਂ ਦੀ ਜਿਹੜੀ ਪਾਵਰ ਵਾ, ਕੰਸਟੀਟਿਊਸ਼ਨ ਜਿਹੜੇ ਕ੍ਰੀਏਟ ਕੀਤੇ ਗਏ ਆ। ਇਸ ਕਰਕੇ ਧਰਮ ਨੂੰ ਰਾਜ ਤੋਂ ਬਿਲਕੁਲ ਵੱਖ ਕਰਨ ਦੀ ਮਹੱਤਤਾ ਜਿਹੜੀ ਆ ਬਹੁਤ ਜ਼ਰੂਰੀ ਸੀ, ਕਿ ਕਿਸੇ ਤਰ੍ਹਾਂ ਦੀ ਕੋਈ ਇੰਟਰਫੇਅਰ ਨਾ ਹੋਵੇ, ਠੀਕ ਆ। ਕਿਉਂਕਿ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ the world will have the religion group living in them, ਕਿ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਧਰਮ ਜਿਹੜੇ ਕੀ ਆ ਇੱਥੇ ਰਹਿ ਰਹੇ ਹੁੰਦੇ ਆ, ਤੇ ਜ਼ਰੂਰੀ ਨਹੀਂ ਜੇ ਹਰ ਅਲੱਗ-ਅਲੱਗ ਗਰੁੱਪ ਰਹਿ ਰਹੇ ਆ ਅਲੱਗ-ਅਲੱਗ ਧਰਮਾਂ ਨੂੰ ਲੈ ਕੇ ਤੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਕੀਤਾ ਜਾਵੇ। ਇਸ ਚੀਜ਼ ਨੂੰ ਖਤਮ ਕਰਨ ਲਈ ਇਹ ਬਹੁਤ ਜ਼ਰੂਰੀ ਸੀ ਕਿ ਜਿਹੜਾ ਸੈਕੂਲਰਿਜ਼ਮ ਆ ਉਹਨੂੰ ਬਣਾ ਦਿੱਤਾ ਜਾਵੇ। There will most lively be a group has access the state power, then it is could quite easily use this power and finally resources to discriminate of against the practice person other religion। ਕੀ ਹੁੰਦਾ ਇਹਦੇ ਵਿੱਚ ਇਹ ਚੀਜ਼ ਦੱਸੀ ਗਈ ਆ ਕਿ ਜਿਹੜੇ ਤੇ ਮੈਜੋਰਿਟੀ ਵਾਲੇ ਗਰੁੱਪ ਸੀ, ਠੀਕ ਆ, ਮੈਜੋਰਿਟੀ ਵਾਲੇ ਗਰੁੱਪ ਕੀ ਕਰਦੇ ਸੀ, ਐਕਸੈਸ ਟੂ ਸਟੇਟ ਪਾਵਰ, ਉਹਨਾਂ ਦੇ ਕੋਲ ਜਿਹੜੀ ਸਟੇਟ ਪਾਵਰ ਵੀ ਆ ਜਾਂਦੀ ਸੀ। ਹੁਣ ਦੇਖੋ ਜਿਨ੍ਹਾਂ ਦੇ ਕੋਲ ਮੈਜੋਰਿਟੀ, ਜਿੱਦਾਂ ਪਿੱਛੇ ਮੈਂ ਤੁਹਾਡੇ ਨਾਲ ਕੰਸਟੀਟਿਊਸ਼ਨ ਦੇ ਚੈਪਟਰ ਦੇ ਵਿੱਚ ਗੱਲ ਕੀਤੀ ਸੀ ਕਿ 55% ਅਗਰ ਕਹਿ ਲਓ ਕਿ ਹਿੰਦੂ ਮੈਜੋਰਿਟੀ ਔਰ ਅਦਰ ਕਾਸਟ 50% ਆ। ਹੁਣ ਇੱਥੇ ਉਹੀ ਚੀਜ਼ ਮੈਂ ਦੁਬਾਰਾ ਐਕਸਪਲੇਨ ਕਰਦੀ ਕਿ ਜੇਕਰ ਇਹ 55% ਜਿਹੜੀ ਹੈ ਪਾਪੂਲੇਸ਼ਨ ਮੈਜੋਰਿਟੀ ਦੀ ਆ, ਓਬੀਅਸਲੀ ਉਹਨਾਂ ਦਾ ਫਿਨੈਂਸੀਕਲੀ ਵੀ ਪਾਵਰ ਹੋਏਗੀ ਉਹਨਾਂ ਦੇ ਕੋਲ, ਤੇ ਉਹਨਾਂ ਦੀ ਸਟੇਟ ਪਾਵਰ ਵੀ ਹੋਏਗੀ। ਜਿਨ੍ਹਾਂ ਦੇ ਕੋਲ ਸਟੇਟ ਪਾਵਰ ਵਾ, ਫਿਨੈਂਸੀਕਲੀ ਪਾਵਰ ਵਾ, ਉਹ ਕਿਉਂ ਨਾ ਜਿਹੜੀ ਮਿਨੋਰਿਟੀ ਆ ਉਹਨਾਂ ਦੇ ਨਾਲ ਡਿਸਕ੍ਰਿਮੀਨੇਟ ਕਰਨਗੇ।
ਉਹਨਾਂ ਦੀ ਜਿਹੜੀ ਪ੍ਰੈਕਟਿਸ ਵਾ, ਉਹਨਾਂ ਦੇ ਜਿਹੜੇ ਰਿਲੀਜਨ ਵਾ, ਉਹਨਾਂ ਦੇ ਨਾਲ ਕਿਉਂ ਨਾ ਉਹ ਭੇਦਭਾਵ ਕਰਨਗੇ। ਓਬਵੀਅਸਲੀ ਉਹਨਾਂ ਤੇ ਕਰਨੇ ਹੀ ਆ, ਕਿਉਂਕਿ ਉਹਨਾਂ ਦੇ ਕੋਲ ਦੋਨੋਂ ਪਾਵਰਸ ਆ ਜਾਂਦੀਆਂ ਨਾ। ਇਸ ਚੀਜ਼ ਨੂੰ ਖਤਮ ਕਰਨ ਲਈ ਫਿਰ ਜਿਹੜਾ ਸੈਕੂਲਰਿਜ਼ਮ ਸੀ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਸੀ। The tyranny of the majority could result discrimination of time, even killing of religious minorities from the practicing their religion। ਇਹਦੇ ਵਿੱਚ ਕੀ ਉਹੀ ਚੀਜ਼ ਆ ਗਈ ਕਿ ਜਿਹੜੇ ਟਾਇਰਨੀ ਸੀ, ਜਿਨ੍ਹਾਂ ਦੀ ਮੈਜੋਰਿਟੀ ਵਾਲੇ ਲੋਕ ਸੀ, ਉਹ ਕੀ ਕਰਦੇ ਸੀ, ਡਿਸਕ੍ਰਿਮੀਨੇਸ਼ਨ ਕਰਦੇ। ਰਿਜ਼ਲਟ ਕੀ ਨਿਕਲਿਆ ਕਿ ਕਿਲਿੰਗ ਆਫ ਰਿਲੀਜਨ ਮਿਨੋਰਿਟੀਜ਼, ਜਿਹੜੇ ਮਿਨੋਰਿਟੀਜ਼ ਦੇ ਲੋਕ ਸੀ, ਘੱਟ ਗਿਣਤੀਆਂ ਦੇ ਲੋਕ ਸੀ, ਜਿਵੇਂ SC ਆ ਗਏ, ST ਆ ਗਏ, ਟਰਾਈਬ ਕਾਸਟਿਸ ਆ ਗਈਆਂ, ਉਹਨਾਂ ਨੂੰ ਕੀ ਸੀ, ਕਿਲ ਕੀਤਾ ਜਾਂਦਾ ਸੀ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਫਰੋਮ ਕਾਸਟਿੰਗ ਦੇਅਰ ਰਿਲੀਜਨ, ਧਰਮ ਦੇ ਨਾਂ ਤੇ ਉਹਨਾਂ ਨੂੰ ਕੀ ਸੀ, ਮਾਰ ਦਿੱਤਾ ਜਾਂਦਾ ਸੀ। Any form of the dominate based religion to a violent of the right and democratic society guarantees to a each and every citizen irrespective their a religion। ਇਹਦੇ ਨਾਲ ਕਿਹੜੀ ਚੀਜ਼ ਉਤਪੰਨ ਹੁੰਦੀ ਸੀ ਕਿ ਐਨੀ ਫਰੋਮ ਡੋਮੀਨੇਸ਼ਨ, ਠੀਕ ਹੈ, ਜਦੋਂ ਕਿਸੇ ਨੂੰ ਡੋਮੀਨੇਸ਼ਨ ਕੀਤਾ ਜਾ ਰਿਹਾ ਵਾ ਤੇ ਉੱਥੇ ਕੀ ਹੋਏਗਾ, ਵਾਇਲੈਂਸ ਕ੍ਰੀਏਟ ਹੋਣੀ ਸੀ, ਕਿਉਂਕਿ ਜਿਹੜੀ ਮਿਨੋਰਿਟੀਜ਼ ਆ ਉਹਨਾਂ ਨੇ ਆਪਣੇ ਰਾਈਟਸ ਨੂੰ ਬਚਾਉਣ ਵਾਸਤੇ ਹੁਣ ਉਹਨਾਂ ਤੇ ਵਾਇਲੇਸ਼ਨ ਕਰਨੀ ਸੀ, ਠੀਕ ਆ, ਆਪਣੇ ਹੱਕਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹ ਅਹਿੰਸਾ ਦਾ ਰੂਪ ਜਿਹੜਾ ਧਾਰਨ ਕਰਨਾ ਸੀ। ਤੇ ਜਿਹੜੇ ਡੈਮੋਕ੍ਰੈਟਿਕ ਸੁਸਾਇਟੀਜ਼ ਵਾ ਕਿਸ ਚੀਜ਼ ਦੀ ਗਾਰੰਟੀ ਦਿੰਦੇ ਆ, ਹਰ ਇੱਕ ਸਿਟੀਜ਼ਨ ਨੂੰ, ਇਰਰਿਸਪੈਕਟਿਵ ਆਫ देयर ਰਿਲੀਜਨ। ਨੈਕਸਟ ਆ ਗਿਆ, we also need to protect the freedom individual exempt from their religion, embrace and other religion have a freedom। ਇਸ ਦੇ ਵਿੱਚ ਕਿਸ ਚੀਜ਼ ਦੀ ਲੋੜ ਸੀ, ਸਾਨੂੰ ਪ੍ਰੋਟੈਕਟ ਦਾ ਫਰੀडम ਇੰਡੀਵਿਜੂਅਲ, ਹਰ ਇੱਕ ਜਿਹੜਾ ਵਿਅਕਤੀ ਵਾ ਉਹਨੂੰ ਇਹ ਆਜ਼ਾਦੀ ਸੀ ਕਿ ਉਹ ਮਤਲਬ ਆਜ਼ਾਦ ਤਰੀਕੇ ਦੇ ਨਾਲ ਕਿਸੇ ਵੀ ਰਿਲੀਜਨ ਦੇ ਵਿੱਚ ਐਗਜ਼ਿਸਟ ਕਰ ਸਕਦਾ ਸੀ, ਠੀਕ ਹੈ, ਕਿਸੇ ਵੀ ਧਰਮ ਨੂੰ ਅਪਣਾ ਸਕਦਾ ਸੀ, ਜਾਂ ਕਿਸੇ ਵੀ ਧਰਮ ਦੀ ਇੰਬਰਾਸ ਦਾ ਧਾਰਨਾ, ਕਿਸੇ ਵੀ ਧਰਮ ਦੀ ਜਿਹੜੀ ਧਾਰਨਾ ਸੀ ਉਹਨੂੰ ਵੀ ਅਪਣਾ ਸਕਦਾ ਸੀ। ਉਹ ਹੈਵ ਟੂ ਫਰੀडम, ਆਜ਼ਾਦੀ ਦੇ ਨਾਲ। ਅੰਡਰਸਟੈਂਡ ਦਿਸ ਪੁਆਇੰਟ ਬੈਟਰ, ਕਿ ਤੁਸੀਂ ਇਸ ਪੁਆਇੰਟ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਏਗਾ ਕਿ ਲੈਟ ਅਸ ਸਟੇਟ ਪ੍ਰੈਕਟਿਸ ਟੂ ਅਨਟਚੇਬਿਲਿਟੀ, ਕਿ ਇੱਕ ਹੋਰ ਚੀਜ਼ ਜਿਹੜੀ ਆ ਸ਼ੁਰੂ ਹੁੰਦੀ ਉਹ ਕੀ ਆ, ਅਨਟਚੇਬਿਲਿਟੀ, ਅਛੂਤ। ਅਛੂਤ ਕੌਣ ਹੁੰਦੇ ਸੀ, ਜਿਹੜੇ ਲੋਅਰ ਕਾਸਟ ਦੇ ਪੀਪਲਸ ਹੁੰਦੇ ਸੀ, ਉਹਨਾਂ ਨੂੰ ਅਛੂਤ ਕਿਹਾ ਜਾਂਦਾ ਸੀ। You might feel that dislike this practice within a Hinduism and therefore you want to try and reform it। ਇਹ ਇੱਥੇ ਹੁਣ ਇੱਕ ਗੱਲ ਕੀਤੀ ਜਾ ਰਹੀ ਕਿ ਹਿੰਦੂਜ਼ਮ, ਜਿਵੇਂ ਹੁਣ ਮੈਜੋਰਿਟੀ ਕਿੰਨਾ ਦੀ ਸੀ, ਅਸੀਂ ਗੱਲ ਕਰ ਰਹੇ ਸੀ ਹਿੰਦੂਆਂ ਦੀ ਸੀ। ਹਿੰਦੂ ਕੀ ਸੀ, ਜਿਹੜੇ ਲੋਅਰ ਕਾਸਟ ਪੀਪਲ ਸੀ ਉਹਨਾਂ ਦੇ ਨਾਲ ਅਨਟਚੇਬਿਲਿਟੀ ਵਾਲਾ ਬਿਹੇਵੀਅਰ ਕੀਤਾ ਜਾਂਦਾ ਸੀ। ਹੁਣ ਜਿਹੜੇ ਅਨਟਚੇਬਿਲਿਟੀ ਨਾਲ ਸੰਬੰਧਿਤ ਲੋਕ, ਇਟ ਮੀਨਸ ਪੂਅਰ ਕਲਾਸਿਸ ਜਿਹੜੇ ਲੋਕ ਸੀ, ਲੋਅਰ ਕਲਾਸਿਸ ਲੋਕ ਸੀ, ਉਸ ਚੀਜ਼ ਨੂੰ ਡਿਸਲਾਈਕ ਕਰਦੇ ਸੀ। ਕਿਸ ਚੀਜ਼ ਨੂੰ, ਕਿ ਜਿਹੜੀ ਅਛੂਤ ਦੀ ਜਿਹੜੀ ਧਾਰਨਾ ਪੈਦਾ ਹੋ ਚੁੱਕੀ ਸੀ ਕਿ ਲੋਕਾਂ ਦੇ ਨਾਲ ਭੇਦਭਾਵ ਕੀਤੇ ਜਾਣੇ। ਅਜਿਹੇ ਲੋਕਾਂ ਨੂੰ ਪਿਛਲੇ ਦੌਰ ਦੇ ਵਿੱਚ ਜਿਵੇਂ ਕਲਾਸ ਵਿੱਚ ਪੜ੍ਹਾਇਆ ਜਾਂਦਾ ਸੀ ਤੇ ਜਿਹੜੇ ਅਨਟਚੇਬਲ ਸਟੂਡੈਂਟਸ ਹੁੰਦੇ ਸੀ, ਟੀਚਰਾਂ ਵੱਲੋਂ ਵੀ ਉਹਨਾਂ ਦੇ ਨਾਲ ਮਿਸਬਿਹੇਵ ਹੁੰਦਾ ਸੀ, ਉਹਨਾਂ ਦੇ ਜਿਹੜੇ ਕਲਾਸਮੇਟ ਹੁੰਦੇ ਸੀ ਉਹਨਾਂ ਦੇ ਵੱਲੋਂ ਵੀ ਮਿਸਬਿਹੇਵ ਹੁੰਦਾ ਸੀ। ਈਵਨ ਕਿ ਪਬਲਿਕ ਪਲੇਸਿਸ ਸੀ ਜਿਹੜੀਆਂ, ਉੱਥੇ ਜਾਣ ਤੋਂ ਵੀ ਉਹਨਾਂ ਦੇ ਨਾਲ ਕੀ ਆ, ਭੇਦਭਾਵ ਕੀਤਾ ਜਾਂਦਾ ਸੀ। ਤੇ ਉਸ ਤੋਂ ਬਾਅਦ ਇੱਕ ਪੁਰਾਣੇ ਸਮਿਆਂ ਦੇ ਵਿੱਚ ਇਹ ਚੀਜ਼ ਸੋਚੀ ਜਾਂਦੀ ਸੀ, ਕਿਉਂਕਿ ਲੋਕਾਂ ਦੀ ਉਦੋਂ ਜਿਹੜੀ ਸੋਚ ਸੀ ਇੰਨੀ ਜ਼ਿਆਦਾ ਨੇਰੋ ਸੀ ਕਿ ਉਹ ਲੋਕ ਕੀ ਕਰਦੇ ਸੀ, ਜਿੱਦਾਂ ਕੋਈ ਅਛੂਤ ਪਰਸਨ ਖੂਹ ਤੋਂ ਪਾਣੀ ਲੈਣ ਚਲ ਜਾਣਾ ਕਿਸੇ ਤੋਂ, ਤੇ ਉਹਨਾਂ ਨੇ ਉੱਥੋਂ ਜਗ੍ਹਾ ਛੱਡ ਕੇ ਚਲੇ ਜਾਣਾ, ਜਾਂ ਫਿਰ ਉਹਨੂੰ ਪਾਣੀ ਲੈਣ ਨਾ ਦਿੱਤਾ ਜਾਣਾ। ਕੁਛ ਇੱਦਾਂ ਦੀਆਂ ਜਿਹੜੀਆਂ ਸੀ ਡਿਸਕ੍ਰਿਮੀਨੇਟ ਕਰਨ ਵਾਲੀਆਂ ਜਿਹੜੇ ਵਿਊ ਸੀ ਇੱਦਾਂ ਦੇ ਕ੍ਰੀਏਟ ਹੋ ਚੁੱਕੇ ਸੀ। ਫਿਰ ਇਸ ਚੀਜ਼ ਨੂੰ ਖਤਮ ਕਰਨ ਲਈ ਕਿ ਇਸ ਚੀਜ਼ ਨੂੰ ਨਾਪਸੰਦ ਕੀਤਾ ਜਾਂਦਾ ਸੀ ਲੋਕਾਂ ਦੁਆਰਾ, ਡਿਸਲਾਈਕ ਕਰਦੇ ਸੀ ਕਿ ਇੱਦਾਂ ਦੀ ਜਿਹੜੇ ਪ੍ਰੈਕਟਿਸ ਵਾ ਹਿੰਦੂਆਂ ਵੱਲੋਂ ਕਿਉਂ ਕੀਤੀ ਜਾ ਰਹੀ ਹੈ। ਹੁਣ ਦੇਖੋ, ਇੱਕ ਕੋਈ ਪਰਸਨ ਜਿਹੜਾ ਕਿਸੇ ਇੱਕ ਧਰਮ ਦੇ ਨਾਲ ਸੰਬੰਧਿਤ ਆ, ਠੀਕ ਹੈ, ਇਸ ਚੀਜ਼ ਨੂੰ ਖਤਮ ਕਰਨ ਲਈ ਉਹ ਖੜਾ ਹੁੰਦਾ ਵਾ। ਈਵਨ ਕਿ ਉਹ ਇੱਦਾਂ ਨਹੀਂ ਵੀ ਕਰ ਸਕਦਾ ਕਿਉਂਕਿ ਸਾਰੀ ਪਾਵਰ ਹਿੰਦੂਆਂ ਦੇ ਕੋਲ ਹੁੰਦੀ ਆ, ਉਹਨੂੰ ਜਿਹੜੀ ਪ੍ਰੋਟੈਕਟ ਦਾ ਇੱਕ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਵਾ। ਔਰ ਜਿਹੜੇ ਉਹ ਕਿਸੇ ਵੀ ਧਰਮ ਦੇ, ਕੱਟੜਪੰਥੀ ਧਰਮ ਦੇ ਕਿਸੇ ਆਗੂ ਬਣਿਆ ਹੋਵੇ ਤੇ ਉਹਨੂੰ ਉਧਰੋਂ ਵੀ ਇਸ ਚੀਜ਼ ਦਾ ਸਾਹਮਣਾ ਕਰਨਾ ਪੈਣਾ ਵਾ, ਕਿਉਂਕਿ ਇੱਕ ਤਰ੍ਹਾਂ ਦਾ ਜਿਹੜਾ ਵਾ ਡਿਬੇਟ ਪੈਦਾ ਹੋ ਜਾਂਦੀ, ਇੱਕ ਤਰ੍ਹਾਂ ਦੇ ਵਿਵਾਦ ਪੈਦਾ ਹੋ ਜਾਂਦੇ ਇਸ ਚੀਜ਼ ਦੇ ਅੰਦਰ।
what is the Indian secularism? ਜਿਹੜਾ ਇੰਡੀਅਨ ਸੈਕੂਲਰਿਜ਼ਮ ਸੀ ਉਹ ਕੀ ਸੀ? ਦ ਇੰਡੀਅਨ ਕੰਸਟੀਟਿਊਸ਼ਨ ਮੇਨ ਡੇਟ ਇੱਕ ਅਧਿਆਇ ਦੇਸ਼, ਮੇਨ ਡੇਟ ਹੁੰਦਾ ਅਧਿਆਇ ਦੇਸ਼, try to Indian state secular according to the constitution only a secular state can refuse to object ensure the following ਕਿ ਭਾਰਤ ਦੇ ਸੰਵਿਧਾਨ ਦੇ ਜਿਹੜੇ ਧਰਮ ਨਿਰਪੱਖਤਾ ਸੀ ਉਸ ਦੀ ਲੋੜ ਕਿਉਂ ਸੀ, ਇਹਦੇ ਬਾਰੇ ਅਸੀਂ ਨੈਕਸਟ ਪੜ੍ਹਦੇ ਹਾਂ ਕਿ that religious community does not dominate an other ਕਿ ਕੋਈ ਇੱਕ ਜਿਹੜੀ ਧਾਰਮਿਕ ਸਮੁਦਾਇ ਸੀ ਕਿਸੇ ਦੂਸਰੇ ਧਾਰਮਿਕ ਸਮੁਦਾਇ ਜਿਹੜਾ ਕੋਈ ਕਮਿਊਨਿਟੀ ਜਿਹੜੀ ਉਹਨੂੰ ਨਹੀਂ ਦਬਾਏਗਾ, ਠੀਕ ਆ। ਨੈਕਸਟ ਵਾ that some members do not dominate other members of the same religion community ਕਿ ਕੁਝ ਲੋਕ ਆਪਣੇ ਧਰਮ ਦੇ ਸਮੁਦਾਇ ਨੂੰ ਨਹੀਂ ਦਬਾਉਣਗੇ, ਠੀਕ ਆ। ਉਸ ਤੋਂ ਬਾਅਦ ਆ ਜਾਂਦਾ that is state does not enforce the particular religion nor take away the religion freedom to individual ਕਿ ਰਾਜ ਨਾ ਤਾਂ ਕੋਈ ਖਾਸ ਧਰਮ ਥਾਪੇਗਾ, ਠੀਕ ਆ। ਥਾਪੇਗਾ ਇਟ ਮੀਨਸ ਕੋਈ ਨਾ ਖਾਸ ਧਰਮ ਬਣਾਏਗਾ ਤੇ ਨਾ ਹੀ ਲੋਕਾਂ ਨੂੰ ਧਾਰਮਿਕ ਜਿਹੜੀ ਸਵੈਤੰਤਰਤਾ ਮਿਲੀ ਹੋਈ ਸੀ, ਜਿਹੜੀ ਉਹਨਾਂ ਨੂੰ ਫਰੀडम ਮਿਲੀ ਹੋਈ ਸੀ, ਨਾ ਉਹਨੂੰ ਖੋਏਗਾ। ਮਤਲਬ ਜਿਹੜੀ ਪਾਵਰ ਆਫ ਸਟੇਟ ਸੀ ਉਹਨੂੰ ਇਹ ਬਿਲਕੁਲ ਰਾਈਟਸ ਨਹੀਂ ਕਿ ਉਹ ਕੋਈ ਨਵਾਂ ਧਰਮ ਕ੍ਰੀਏਟ ਕਰੇ, ਠੀਕ ਆ, ਕਿ ਬਾਕੀ ਧਰਮਾਂ ਨੂੰ ਛੱਡ ਕੇ ਕੋਈ ਨਵੇਂ ਧਰਮ ਨੂੰ ਕ੍ਰੀਏਟ ਕਰੇ। The Indian state works various ways prevent to above the domination। ਉਸ ਤੋਂ ਬਾਅਦ ਅੱਗੇ ਆ ਜਾਂਦੀ ਹੈ ਕਿ ਉੱਚ ਜਾਤੀਆਂ ਦੇ ਲੋਕ ਸੀ ਜਿਹੜੇ ਉਹ ਨੀਵੀਂ ਜਾਤੀਆਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਮਤਲਬ ਕਹਿ ਲਓ ਕਿ ਕਰਪਟ ਕਰਦੇ ਸੀ, ਇੱਕ ਤਰ੍ਹਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨਾਂ ਦੁਆਰਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜਾ ਸੀ ਭੇਦਭਾਵ ਕੀਤਾ। ਫਸਟ ਕੀ ਸੀ? ਇਟ ਯੂਜ਼ ਸਟ੍ਰੈਟਜੀ ਆਫ ਦਾ distancing itself religion. The Indian state is not ruled by the religious group and does not support ਕਿ ਇੰਡੀਅਨ ਜਿਹੜੇ ਵਰਕਸ ਆਫ ਵੇਰੀਅਸ ਵੇਜ਼ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹਨਾਂ ਨੂੰ ਪ੍ਰੀਵੈਂਟ ਕਰਨ ਲਈ ਕੀ ਸੀ, ਇੱਕ ਤਰ੍ਹਾਂ ਦੀ ਪ੍ਰਮੁਖਤਾ ਦਿੱਤੀ ਗਈ ਸੀ ਕਿ ਫਸਟ ਕਿਹੜੀ ਸੀ ਕਿ ਇਟ ਯੂਜ਼ ਸਟ੍ਰੈਟਜੀ, ਕਿਹੜੀ ਸਟ੍ਰੈਟਜੀ ਯੂਜ਼ ਕਰਨੀ ਸੀ? ਡਿਸਟੈਂਸਿੰਗ ਇਟਸੈਲਫ ਫਰੋਮ ਰਿਲੀਜਨ। ਇੰਡੀਅਨ ਸਟੇਟ ਇਜ਼ ਨੋਟ ਰੂਲਡ, ਇੰਡੀਅਨ ਸਟੇਟ ਨੂੰ ਕੀ ਸੀ ਇੱਕ ਅਜਿਹਾ ਰੂਲ ਨਹੀਂ ਸੀ ਕਿ ਜਿਹੜਾ ਰਿਲੀਜੀਅਸ ਗਰੁੱਪ ਵਾ ਜਿਹੜੇ ਉਹਨਾਂ ਨੂੰ ਕ੍ਰੀਏਟ ਕਰੇ ਜਾਂ ਫਿਰ ਡਜ਼ ਨੋਟ ਸਪੋਰਟ ਐਨੀ ਰਿਲੀਜਨ, ਕਿਸੇ ਵੀ ਧਰਮ ਨੂੰ ਕੀ ਆ ਸਪੋਰਟ ਕਰੇ। ਉਸ ਤੋਂ ਬਾਅਦ ਇਨ ਇੰਡੀਅਨ ਗਵਰਨਮੈਂਟ ਸਪੇਸ ਲਾਈਕ law courts, police station, government schools and offices are not supposed the display of promote any on religion। ਇਹ ਜਿਹੜੇ ਦਿੱਤੇ ਹੋਏ ਹਨ ਇੰਡੀਅਨ ਗਵਰਨਮੈਂਟ ਦੇ ਦੁਆਰਾ ਇੱਕ ਇਹ ਸਪੇਸ ਵੀ ਲਾਅ ਤਿਆਰ ਕੀਤਾ ਗਿਆ ਕੋਰਟ ਦੇ ਅੰਦਰ ਕਿ ਪੁਲਿਸ ਸਟੇਸ਼ਨ ਜਾਂ ਫਿਰ ਗਵਰਨਮੈਂਟ ਸਕੂਲ ਜਾਂ ਆਫਿਸ ਦੇ ਅੰਦਰ ਕਿਸੇ ਤਰ੍ਹਾਂ ਦਾ ਕਹਿ ਲਓ ਕੋਈ ਸੈਲੀਬ੍ਰੇਸ਼ਨ ਕਰਨੀ, ਪ੍ਰਮੋਟ ਕਰਨਾ ਧਰਮ ਦੇ ਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਫੰਕਸ਼ਨ ਕਰਨਾ, ਇਸ ਚੀਜ਼ਾਂ ਦੀ ਵੀ ਮਨਾਹੀ ਕੀਤੀ ਗਈ ਸੀ। ਕਿਉਂਕਿ ਦੇਖੋ ਹੁਣ ਹਰ ਇੱਕ ਸਕੂਲ ਦੇ ਅੰਦਰ ਜਿਹੜਾ ਵੀ ਡਿਪਾਰਟਮੈਂਟ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਕੀ ਆ ਲੋਕ ਕੰਮ ਕਰਦੇ ਆ, ਉੱਥੇ ਇਹ ਚੀਜ਼ ਕੀ ਕ੍ਰੀਏਟ ਹੁੰਦੀ ਆ ਕਿ ਹੋ ਸਕਦਾ ਹਿੰਦੂ ਦਾ ਕੋਈ ਧਰਮ ਆਇਆ ਹੋਵੇ ਤੇ ਸਿੱਖ ਸੋਚੇ ਕਿ ਮਤਲਬ ਇਹ ਆਪਣੇ ਧਰਮਾਂ ਨੂੰ ਜ਼ਿਆਦਾ ਪਹਿਲ ਦੇ ਰਿਹਾ ਵਾ, ਸਾਡੇ ਧਰਮ ਵੱਲ ਨਹੀਂ ਧਿਆਨ ਇਹਨਾਂ ਦਾ, ਜਾਂ ਸਾਨੂੰ ਨੀਵਾਂ ਦਿਖਾਉਣ ਲਈ ਆਪਣੇ ਧਰਮ ਦੀ ਕੀ ਆ ਜ਼ਿਆਦਾ ਇੰਪੋਰਟੈਂਸ ਵਧਾ ਰਿਹਾ ਵਾ। ਇਸ ਕਰਕੇ ਇਹ ਚੀਜ਼ਾਂ ਖਤਮ ਕਰ ਦਿੱਤੀਆਂ ਗਈਆਂ ਕਿ ਕੋਈ ਵੀ ਧਰਮ ਹੋਵੇ ਕਿਸੇ ਵੀ ਧਰਮ ਨੂੰ ਇਹਨਾਂ ਡਿਪਾਰਟਮੈਂਟਸ ਦੇ ਵਿੱਚ ਬਿਲਕੁਲ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ, ਬਲਕਿ ਇਹ ਜਿਹੜੇ ਡਿਪਾਰਟਮੈਂਟ ਵਾ ਧਰਮ ਨਿਰਪੱਖ ਹੋਣੇ ਚਾਹੀਦੇ ਆ। ਸੇਮ ਰਿਲੀਜਨ ਦਾ upper state dominate other members, some lower castes। same religion ਜਿਹੜੀ upper caste ਸੀ dominate other members, ਜਿਵੇਂ lower caste ਦੇ ਲੋਕ ਸੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਾ ਕਰੇ। ਇੰਡੀਅਨ ਕੰਸਟੀਟਿਊਸ਼ਨ ਵੀ ਅਨਟੱਚੇਬਿਲਿਟੀ, ਫਿਰ ਉਸ ਤੋਂ ਬਾਅਦ ਜਿਹੜਾ ਇੰਡੀਅਨ ਕੰਸਟੀਟਿਊਸ਼ਨ ਸੀ ਬੈਨ ਕੀਤਾ ਕਿਸ ਚੀਜ਼ ਨੂੰ? ਅਨਟੱਚੇਬਿਲਿਟੀ ਨੂੰ। ਫੰਡਾਮੈਂਟਲ ਰਾਈਟਸ ਲੋਅਰ ਕਾਸਟਸ ਹੂ ਆਰ ਸਿਟੀਜ਼ਨ ਦਿਸ ਕੰਟਰੀ ਸਿਮਿਲਰ to ensure that laws relating to equal inheritance rights respected।
ਫੰਡਾਮੈਂਟਲ ਰਾਈਟਸ ਹੀ ਜਿਹੜੇ ਦਿੱਤੇ ਗਏ ਆ ਉਹਨਾਂ ਨੂੰ ਕੀ ਚਾਹੇ ਉਹ ਲੋਅਰ ਕਾਸਟ ਦੇ ਸੀ ਚਾਹੇ ਉਹ ਅਪਰ ਕਾਸਟ ਦੇ, ਹਰ ਇੱਕ ਨੂੰ ਕੀ ਸਿਮਿਲਰ ਤਰੀਕੇ ਦੇ ਨਾਲ ਉਹ ਜਿਹੜੇ ਫੰਡਾਮੈਂਟਲ ਰਾਈਟਸ ਸੀ ਉਹਨਾਂ ਨੂੰ ਦਿੱਤਾ ਗਿਆ। ਇਸ ਚੀਜ਼ ਨੂੰ ਵੀ ਇਨਸ਼ੋਰ ਕੀਤਾ ਗਿਆ ਕਿ ਜਿਵੇਂ ਇਨਹੈਰੀਟੈਂਸ ਰਾਈਟ ਰਿਸਪੈਕਟਡ, ਹਰ ਇੱਕ ਧਰਮ ਚਾਹੇ ਜਿਹੜੇ ਵਿਰਸੇ 'ਚ ਕਹਿ ਲਓ ਜਿਹੜੇ ਮਿਲ ਗਏ ਸਾਨੂੰ ਮੂਲ ਅਧਿਕਾਰ ਜਾਂ ਸਾਡੇ ਮੌਲਿਕ ਅਧਿਕਾਰ, ਉਹਨਾਂ ਦੀ ਕੀ ਮਹੱਤਤਾ ਜਿਹੜੀ ਵੱਧ ਗਈ। ਕਿਸ ਤਰ੍ਹਾਂ ਵਧੀ? ਕਿਉਂਕਿ ਸਿਟੀਜ਼ਨ ਦਿਸ ਅ ਕੰਟਰੀ ਸਿਮਿਲਰ, ਕਿ ਕੰਟਰੀ ਦੇ ਵਿੱਚ ਜਿਹੜੇ ਵੀ ਲੋਕ ਰਹਿ ਰਹੇ ਚਾਹੇ ਉਹ ਲੋਅਰ ਕਾਸਟ ਸੀ ਚਾਹੇ ਅਪਰ ਕਾਸਟ ਸੀ, ਸਿਮਿਲਰ ਸੀ। ਫਿਰ ਨੈਕਸਟ ਪੁਆਇੰਟ ਆ ਜਾਂਦਾ ਵਾ Indian constitution grants to right the religious communities to set up their own schools and colleges, ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਹਰ ਇੱਕ ਨੂੰ ਜਿਹੜਾ ਦਾਇਰਾ ਸੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਗਰੰਟੀ ਦਿੱਤੀ ਗਈ ਸੀ ਕਿ ਉਹ ਆਪਣੇ ਧਰਮ ਦੇ ਆਧਾਰ ਤੇ ਜਿਹੜੀਆਂ ਧਾਰਮਿਕ ਕਮਿਊਨਿਟੀਜ਼ ਵਾ ਕੋਈ ਸਕੂਲ ਕਾਲਜ ਵੀ ਖੋਲ੍ਹ ਸਕਦੀਆਂ ਵਾ। ਠੀਕ ਆ। ਗਿਵ ਦੈਮ ਫਿਨਾਂਸ਼ੀਅਲੀ ਏਡ ਨਨ ਪ੍ਰੋਟੈਂਟੀਅਲ ਬੇਸਿਸ, ਕਿ ਮਤਲਬ ਜੇ ਫਿਨਾਂਸ਼ੀਅਲ ਤੌਰ ਤੇ ਜਿਹੜੀ ਸਰਕਾਰ ਵਾ ਉਹਨਾਂ ਦੀ ਹੈਲਪ ਕਰੇਗੀ ਆਰਥਿਕ ਤੌਰ ਤੇ, ਬਟ ਇਹ ਜਿਹੜੀ ਇੱਕ ਤਰ੍ਹਾਂ ਦੀ ਰਿਆਇਤ ਨਹੀਂ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਸੀ ਕਿ ਉਹ ਖਾਸ ਧਰਮ ਨੂੰ ਲੈ ਕੇ ਹੀ ਕਿਸੇ ਦੀ ਮਦਦ ਕਰਨ। ਮਤਲਬ ਕਿ ਉਹ ਇਟ ਮੀਨਸ ਉਹ ਆਪਣੀ ਜਿਹੜੀ ਫਾਈਨੈਂਸ਼ੀਕਲੀ ਜਿਹੜੀ ਹੈਲਪ ਕਰ ਰਹੇ ਸੀ ਉਹ ਇੱਕ ਰਿਆਇਤ ਸੀ, ਆਪਣੇ ਤਰੀਕੇ ਦੇ ਨਾਲ ਕਰ ਰਹੇ ਸੀ। ਨੈਕਸਟ ਆ ਗਿਆ ਫਸਟ ਅਮੈਂਡਮੈਂਟ ਆਫ ਦਾ USA Constitution ਹੈਬਿਟੇਟ ਦਾ ਲੈਜਿਸਲੇਚਰ ਫਰੋਮ ਦਾ ਮੂਵਿੰਗ ਲਾਜ਼। ਜਿਹੜਾ ਫਸਟ ਅਮੈਂਡਮੈਂਟ ਕੀਤੀ ਗਈ ਅਮਰੀਕਾ ਦੇ ਵਿੱਚ, ਉਹਦੇ ਕੰਸਟੀਟਿਊਸ਼ਨ ਦੇ ਵਿੱਚ ਇਸ ਚੀਜ਼ ਦੀ ਮਨਾਹੀ ਕੀਤੀ ਗਈ ਕਿ ਕਿਸੇ ਵੀ ਕਾਨੂੰਨ ਨੂੰ ਲੈ ਕੇ ਜਿਹੜਾ ਵਾ ਲਾਜ਼ ਕਾਸਟ ਨੂੰ ਲੈ ਕੇ ਕੋਈ ਵੀ ਲਾਜ਼ ਤਿਆਰ ਨਹੀਂ ਕੀਤਾ ਜਾਵੇਗਾ। ਰਿਸਪੈਕਟਿੰਗ ਟੂ ਐਸਟੈਬਲਿਸ਼ਡ ਆ ਰਿਲੀਜਨ ਔਰ ਪ੍ਰੋਹਿਬਿਟ ਫ੍ਰੀ exercise of the religion. What mean by the word establishment? The legislature cannot declare the religion as the official religion. ਮਤਲਬ ਕਿ ਜਿਹੜਾ ਅਮਰੀਕਾ ਦੇ ਵਿੱਚ ਕਨਸਟੀਟਿਊਸ਼ਨ ਤਿਆਰ ਕੀਤਾ ਗਿਆ ਉਹਦੇ ਵਿੱਚ ਜਿਹੜੀ ਧਰਮ ਨੂੰ ਲੈ ਕੇ ਕਨਸਟੀਟਿਊਸ਼ਨ ਤਿਆਰ ਕੀਤਾ ਗਿਆ ਉਸ ਚੀਜ਼ ਦੀ ਬਿਲਕੁਲ ਮਨਾਹੀ ਕਰ ਦਿੱਤੀ ਗਈ ਕਿ prohibit exercise what is mean by the establishment, ਮਤਲਬ ਪ੍ਰੋਹਿਬਿਟ ਕੀਤਾ ਗਿਆ, ਮਨਾਹੀ ਕੀਤੀ ਗਈ ਫ੍ਰੀ ਐਕਸਰਸਾਈਜ਼ ਰਿਲੀਜਨ। ਠੀਕ ਆ। ਇਸ ਚੀਜ਼ ਨੂੰ ਬਿਲਕੁਲ ਉਹਨਾਂ ਨੇ ਮਨਾ ਕਰ ਦਿੱਤਾ। ਜਿਹੜੀ ਕਿ ਇੱਕ ਵਰਡ ਐਸਟੈਬਲਿਸ਼ਮੈਂਟ ਵਾ ਉਹ ਲੈਜਿਸਲੇਚਰ ਜਿਹੜਾ ਵਾ ਉਸ ਚੀਜ਼ ਨੂੰ ਲੈ ਕੇ ਜਿਹੜਾ ਵਾ ਬਣਿਆ ਸੀ। ਮਤਲਬ ਕਿ ਹਰ ਇੱਕ ਧਰਮ ਦਾ ਲੋਕ ਕਾਨੂੰਨ ਦੇ ਸਾਹਮਣੇ ਬਿਲਕੁਲ ਇਕੁਅਲ ਹੋਏਗਾ, ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਵੇਗਾ। ਜਿਹੜੇ ਇੰਡੀਅਨ ਇਸ ਕਨਸਟੀਟਿਊਸ਼ਨ ਦੇ ਵਿਧਾਇਕ ਸੀ, ਕੰਸਟੀਟਿਊਐਂਟ ਸੀ, ਉਹਨਾਂ ਨੇ ਇਸ ਕਾਨੂੰਨ ਨੂੰ ਬਣਾਉਣ ਤੇ ਰੋਕ ਲਾ ਦਿੱਤੀ ਕਿ ਕਿਸੇ ਵੀ ਧਰਮ ਨੂੰ ਲੈ ਕੇ ਜਾਂ ਕਿਸੇ ਜਾਤ ਪਾਤ ਨੂੰ ਲੈ ਕੇ ਅਮਰੀਕਾ ਦੇ ਵਿੱਚ ਇਦਾਂ ਦਾ ਕਾਨੂੰਨ ਨਹੀਂ ਬਣਾਇਆ ਜਾਏਗਾ।